ਸਤਿ ਸ਼੍ਰੀ ਅਕਾਲ। ਨੈਸ ਅਭਿਆਸ ਨੰਬਰ 29 ਲੜੀ ਨੰਬਰ 29 ਲੈ ਕੇ ਹਾਜ਼ਰ ਹਾਂ। ਆਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਪੰਜਾਬੀ ਵਿਸ਼ਾ। ਇੱਕ ਪੈਰਾ ਹੈ ਅਨੁਸ਼ਾਸਨ ਬਾਰੇ, ਇਸ ਨੂੰ ਪੜ੍ਹਾਂਗੇ। ਪੜ੍ਹਨ ਤੋਂ ਬਾਅਦ ਇਹਦੇ ਪ੍ਰਸ਼ਨਾਂ ਦੇ ਉੱਤਰ ਜਿਹੜੇ ਪੁੱਛੇ ਗਏ ਨੇ ਤੁਹਾਡੇ ਕੋਲੋਂ, ਉਹਨਾਂ ਦੇ ਉੱਤਰ ਤੁਸੀਂ ਦਿਓਗੇ। ਆਓ ਪੈਰਾ ਪੜ੍ਹਦੇ ਹਾਂ। ਕਾਮਯਾਬੀ ਦਾ ਰਾਜ ਹੈ ਅਨੁਸ਼ਾਸਨ। ਅਨੁਸ਼ਾਸਨ ਤੋਂ ਭਾਵ ਹੈ ਆਪਣੇ ਆਪ ਨੂੰ ਵਸ ਵਿੱਚ ਰੱਖਣਾ, ਆਪਣੇ ਉੱਪਰ ਕੰਟਰੋਲ ਰੱਖਣਾ, ਦਿੱਤੇ ਗਏ ਹੁਕਮਾਂ ਅਤੇ ਨਿਯਮਾਂ ਦਾ ਪਾਲਣ ਕਰਨਾ। ਭਾਵੇਂ ਅਨੁਸ਼ਾਸਨ ਦਾ ਜੀਵਨ ਦੇ ਹਰ ਖੇਤਰ ਵਿੱਚ ਬਹੁਤ ਮਹੱਤਵ ਹੈ, ਪਰ ਵਿਦਿਆਰਥੀਆਂ ਲਈ ਇਹ ਬੇਹੱਦ ਜ਼ਰੂਰੀ ਹੈ। ਵਿਦਿਆਰਥੀ ਜੀਵਨ ਉਹ ਅਵਸਥਾ ਹੈ ਜਿਸ ਵਿੱਚ ਜਿਸ ਤਰ੍ਹਾਂ ਦਾ ਪ੍ਰਭਾਵ ਹੋਵੇ ਦਿੱਤਾ ਜਾ ਸਕਦਾ ਹੈ। ਹਰ ਵਿਦਿਆਰਥੀ ਦੇ ਮਨ ਵਿੱਚ ਅਨੁਸ਼ਾਸਨ ਦੀ ਭਾਵਨਾ ਹੋਣਾ ਬਹੁਤ ਜ਼ਰੂਰੀ ਹੈ। ਇਹ ਭਾਵਨਾ ਉਸ ਨੂੰ ਤਰੱਕੀ ਦੇ ਰਾਹ ਨੂੰ ਆਸਾਨੀ ਨਾਲ ਪਾਰ ਕਰਾ ਸਕਦੀ ਹੈ। ਇਸ ਨਾਲ ਜ਼ਿੰਦਗੀ ਦੇ ਔਖੇ ਤੋਂ ਔਖੇ ਰਾਹ ਨੂੰ ਪਾਰ ਕੀਤਾ ਜਾ ਸਕਦਾ ਹੈ। ਅਨੁਸ਼ਾਸਨ ਵਿੱਚ ਰਹਿਣ ਨਾਲ ਸਕੂਲ ਦਾ ਮਾਹੌਲ ਬਹੁਤ ਸੁੰਦਰ ਬਣਦਾ ਹੈ ਜਾਂ ਸੁੰਦਰ ਲੱਗਦਾ ਹੈ। ਇਸ ਭਾਵਨਾ ਨਾਲ ਵਿਦਿਆਰਥੀ ਦਾ ਮਨ ਪੜ੍ਹਾਈ ਵਿੱਚ ਵੀ ਜ਼ਿਆਦਾ ਲੱਗਦਾ ਹੈ ਅਤੇ ਉਹ ਜ਼ਿੰਦਗੀ ਵਿੱਚ ਚੰਗੇ ਮੁਕਾਮ ਉੱਤੇ ਪਹੁੰਚ ਸਕਦਾ ਹੈ। ਇਸ ਨਾਲ ਉਹ ਆਪਣੇ ਮਾਤਾ ਪਿਤਾ ਦਾ ਨਾਮ ਵੀ ਰੋਸ਼ਨ ਕਰਦਾ ਹੈ। ਸੋ ਇਸ ਤਰ੍ਹਾਂ ਸਾਰੇ ਵਿਦਿਆਰਥੀ ਵਰਗ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਅੰਦਰ ਅਨੁਸ਼ਾਸਨ ਦੀ ਭਾਵਨਾ ਬਣਾਈ ਰੱਖਣ, ਕਿਉਂਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹੁੰਦੇ ਹਨ। ਇਸ ਸੰਬੰਧ ਵਿੱਚ ਵਿਦਿਆਰਥੀਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਫਰਜ਼ਾਂ ਨੂੰ ਸਮਝਣ ਅਤੇ ਅਨੁਸ਼ਾਸਨ ਦਾ ਪਾਲਣ ਕਰਨ। ਸੋ ਬੱਚਿਓ, ਇਹ ਸੀ ਪੈਰਾ। ਹੁਣ ਜਲਦੀ ਨਾਲ ਇਸ ਪੈਰੇ ਤੋਂ ਨਿਰਮਿਤ ਜਿਹੜੇ ਪ੍ਰਸ਼ਨ ਨੇ ਉਹਨਾਂ ਦੇ ਉੱਤਰ ਦੇਵਾਂਗੇ। ਸਭ ਤੋਂ ਪਹਿਲਾ ਪ੍ਰਸ਼ਨ ਤੁਹਾਡੇ ਸਾਹਮਣੇ ਹੈ, ਸਫਲਤਾ ਦਾ ਕੀ ਰਾਜ਼ ਹੈ? ਸਫਲਤਾ ਦਾ ਕੀ ਰਾਜ ਹੈ? ਵਿਹਲੇ ਰਹਿਣਾ, ਕਹਿਣਾ ਨਾ ਮੰਨਣਾ, ਅਨੁਸ਼ਾਸਨ ਵਿੱਚ ਰਹਿਣਾ, ਖੇਡਦੇ ਰਹਿਣਾ। ਕਿਉਂ ਜੋ ਬੇਟਾ ਅਨੁਸ਼ਾਸਨ ਦੀ ਗੱਲ ਹੋਈ ਹੈ, ਪੈਰਾ ਹੀ ਅਨੁਸ਼ਾਸਨ ਦੇ ਉੱਪਰ ਹੈ, ਤਾਂ ਸਫਲਤਾ ਦਾ ਰਾਜ਼ ਵੀ ਅਨੁਸ਼ਾਸਨ ਹੀ ਹੈ। ਅਨੁਸ਼ਾਸਨ ਵਿੱਚ ਰਹਿਣਾ ਹੀ ਇੱਕ ਸਫਲ ਵਿਦਿਆਰਥੀ ਅਤੇ ਸਫਲ ਜ਼ਿੰਦਗੀ ਦਾ ਰਾਜ਼ ਹੈ। ਸੋ ਉੱਤਰ ਆਏਗਾ ਈੜੀ। ਪ੍ਰਸ਼ਨ ਨੰਬਰ 2, ਰਾਜ਼ ਤੋਂ ਕੀ ਭਾਵ ਹੈ? ਬੇਟਾ ਰਾਜ਼ ਤੋਂ ਭਾਵ ਇਹ ਹੁੰਦਾ ਹੈ ਛੁਪੀ ਹੋਈ ਗੱਲ, ਭੇਦ। ਇਹ ਹੁਕਮ ਨਹੀਂ ਹੁੰਦਾ, ਰਾਜ਼ਾ ਨਹੀਂ ਹੁੰਦਾ, ਨਾ ਹੀ ਅਹੁਦਾ ਹੁੰਦਾ ਹੈ, ਇਹ ਹੁੰਦਾ ਹੈ ਭੇਦ। ਉੱਤਰ ਆਏਗਾ ਐੜਾ। ਇਸ ਤਰ੍ਹਾਂ ਪ੍ਰਸ਼ਨ ਨੰਬਰ 3, ਅਨੁਸ਼ਾਸਨ ਨਾਲ ਭਵਿੱਖ ਬਦਲ ਜਾਂਦਾ ਹੈ। ਹੁਣ ਭਵਿੱਖ ਦਾ ਜਿਹੜਾ ਲਕੀਰਾ ਸ਼ਬਦ ਹੈ, ਭਵਿੱਖ ਜਿਹੜਾ ਸ਼ਬਦ ਹੈ, ਇਸ ਦਾ ਵਿਰੋਧੀ ਸ਼ਬਦ ਜਿਹੜਾ ਹੈ ਤੁਸੀਂ ਲੱਭਣਾ ਹੈ। ਭਵਿੱਖ ਹੁੰਦਾ ਹੈ ਆਉਣ ਵਾਲਾ ਸਮਾਂ, ਇਸ ਦਾ ਬਿਲਕੁਲ ਵਿਰੋਧੀ ਮਤਲਬ ਉਲਟ ਸ਼ਬਦ ਆਪਾਂ ਦੱਸਣਾ ਹੋਵੇ ਤਾਂ ਕੀ ਹੋਏਗਾ? ਬੀਤ ਚੁੱਕਾ ਸਮਾਂ। ਸੋ ਐੜਾ ਇਹਦਾ ਉੱਤਰ ਹੋਏਗਾ। ਬਹੁਤ ਹੀ ਆਸਾਨ ਸੀ। ਪ੍ਰਸ਼ਨ ਨੰਬਰ 4, ਅਨੁਸ਼ਾਸਨ ਦੀ ਭਾਵਨਾ ਨਾਲ ਡੈਸ਼ ਪ੍ਰਾਪਤ ਹੁੰਦੀ ਹੈ। ਕੀ ਪ੍ਰਾਪਤ ਹੁੰਦੀ ਹੈ? ਤਰੱਕੀ, ਮਾਇਆ, ਦੌਲਤ ਜਾਂ ਖੁਸ਼ੀ। ਸੋ ਅਨੁਸ਼ਾਸਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇਸ ਭਾਵਨਾ ਨਾਲ ਹਮੇਸ਼ਾ ਬੇਟਾ ਜਿਹੜਾ ਬੱਚਾ ਜਿਹੜਾ ਮਨੁੱਖ
ਅਨੁਸ਼ਾਸਨ ਦੀ ਪਾਲਣਾ ਕਰਦਾ ਹੈ ਉਹ ਹਮੇਸ਼ਾ ਤਰੱਕੀ ਪ੍ਰਾਪਤ ਕਰਦਾ ਹੈ। ਪੈਰੇ ਵਿੱਚ ਵੀ ਆਪਾਂ ਪੜ੍ਹਿਆ, ਸੋ ਇਸ ਦਾ ਉੱਤਰ ਹੋਏਗਾ ਊੜਾ ਤਰੱਕੀ। ਅੱਗੇ ਚੱਲਦੇ ਹਾਂ। ਅੱਗੇ ਹੈ ਸਾਡੇ ਕੋਲ ਵਿਸ਼ਾ ਗਣਿਤ। ਇਸ ਦਾ ਪਹਿਲਾ ਪ੍ਰਸ਼ਨ ਦੇਖਦੇ ਹਾਂ। 180 ਡਿਗਰੀ ਮਾਪ ਦਾ ਕੋਣ ਕਿਸ ਕੋਣ ਨੂੰ ਦਰਸਾਉਂਦਾ ਹੈ? 105 ਡਿਗਰੀ। 105 ਡਿਗਰੀ ਦਾ ਬੇਟਾ ਕੋਣ ਸਮਕੋਣ ਤੋਂ ਵੱਡਾ ਹੈ, ਮਤਲਬ 90 ਡਿਗਰੀ ਤੋਂ ਉੱਪਰ ਹੈ। ਔਰ ਜਿਹੜਾ ਕੋਣ 90 ਡਿਗਰੀ ਤੋਂ ਉੱਪਰ ਹੁੰਦਾ ਹੈ ਅਸੀਂ ਜਾਣਦੇ ਹਾਂ ਕਿ ਉਹ ਕੋਣ ਜਿਹੜਾ ਹੈ ਉਹ ਅਧਿਕ ਕੋਣ ਹੁੰਦਾ ਹੈ। ਸੋ ਉੱਤਰ ਆਏਗਾ ਐੜਾ। ਪ੍ਰਸ਼ਨ ਨੰਬਰ 2, ਹੇਠਾਂ ਦਿੱਤੇ ਅੰਗਰੇਜ਼ੀ ਵਰਣਮਾਲਾ ਦੇ ਕਿਹੜੇ ਅੱਖਰ ਦੀਆਂ ਭੁਜਾਵਾਂ ਵਿੱਚ ਸਮਕੋਣ ਨਹੀਂ ਬਣ ਰਿਹਾ ਹੈ? ਸੋ ਬੇਟਾ ਜਦੋਂ ਭੁਜਾਵਾਂ ਦੀ ਗੱਲ ਆਉਂਦੀ ਹੈ, ਭਾਵੇਂ ਕਿਸੇ ਵੀ ਭਾਸ਼ਾ ਦੀਆਂ ਭੁਜਾਵਾਂ ਦਿੱਤੀਆਂ ਹੋਣ, ਕੋਈ ਵੀ ਭਾਸ਼ਾ ਦੇ ਅੱਖਰ ਦਿੱਤੇ ਹੋਣ, ਲੈਟਰ ਦਿੱਤੇ ਹੋਣ, ਤਾਂ ਉਹ ਬੇਸ਼ੱਕ ਇਸ ਪਾਸੇ ਨੂੰ ਹੋਣ ਜਾਂ ਇਸ ਪਾਸੇ ਨੂੰ ਹੋਣ ਜਾਂ ਇਸ ਪਾਸੇ ਨੂੰ ਹੋਣ ਜਾਂ ਫਿਰ ਇਸ ਪਾਸੇ ਨੂੰ ਹੋਣ, ਇਹਨਾਂ ਸਾਰਿਆਂ ਦਾ ਮਤਲਬ ਸਮਕੋਣ ਹੀ ਹੁੰਦਾ ਹੈ। ਹੁਣ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ 4 ਅੱਖਰ ਨੇ ਅੰਗਰੇਜ਼ੀ ਵਰਣਮਾਲਾ ਦੇ, ਜਿਨ੍ਹਾਂ 'ਤੇ ਇਹ ਐਂਗਲ ਬਣ ਰਿਹਾ ਹੈ ਉਹ ਸਮਕੋਣ ਹੈ, ਜਿਸ 'ਤੇ ਨਹੀਂ ਬਣ ਰਿਹਾ ਉਹ ਸਮਕੋਣ ਨਹੀਂ ਹੈ। ਸੋ ਸਭ ਤੋਂ ਪਹਿਲਾਂ ਐਲ ਹੈ ਤਾਂ ਇਹ ਸਮਕੋਣ ਹੈ। ਟੀ ਜਿਹੜਾ ਹੈ ਇਹ ਵੀ ਸਮਕੋਣ ਦਰਸਾ ਰਿਹਾ ਹੈ। ਇਸ ਤੋਂ ਇਲਾਵਾ ਈ ਹੈ, ਈ 'ਤੇ ਵੀ ਸਮਕੋਣ ਬਣ ਰਿਹਾ ਹੈ, ਪਰ ਕੇ 'ਤੇ ਨਹੀਂ ਬਣ ਰਿਹਾ। ਸੋ ਉੱਤਰ ਸਾਡਾ ਜਿਹੜਾ ਹੈ ਉਹ ਆਏਗਾ ਕੇ। ਕੇ 'ਤੇ ਸਮਕੋਣ ਕੋਈ ਵੀ ਨਹੀਂ ਬਣ ਰਿਹਾ। ਇੱਕ ਸਿੱਧੀ ਰੇਖਾ ਜ਼ਰੂਰ ਬਣ ਰਹੀ ਹੈ, ਪਰ ਐਲ ਬਣਨਾ ਚਾਹੀਦਾ ਹੈ। ਜਿਹੜੀ ਮਰਜ਼ੀ ਦਿਸ਼ਾ 'ਚ ਬਣਦਾ ਹੋਵੇ ਉਹ ਸਮਕੋਣ ਹੋਏਗਾ। ਪ੍ਰਸ਼ਨ ਨੰਬਰ 3, ਸੁਨੀਲ, ਅਨਿਲ ਅਤੇ ਰਾਜੂ ਨੂੰ ਉਹਨਾਂ ਦੇ ਅਧਿਆਪਕ ਨੇ ਜਮਾਤ ਵਿੱਚ ਲੱਗੀ ਘੜੀ ਤੋਂ ਸਮਾਂ ਦੇਖ ਕੇ ਦੱਸਣ ਲਈ ਕਿਹਾ। ਘੜੀ ਦੇਖ ਕੇ ਕਿਸ ਨੇ ਸਹੀ ਸਮਾਂ ਦੱਸਿਆ? ਸਭ ਤੋਂ ਪਹਿਲਾਂ ਸੁਨੀਲ ਨੇ 11:30 ਦੱਸਿਆ, ਅਨਿਲ ਨੇ 11:25 ਦਾ ਸਮਾਂ ਦੱਸਿਆ, ਰਾਜੂ ਨੇ 11:06 ਦਾ ਸਮਾਂ ਦੱਸਿਆ। ਸੋ ਦੱਸੋ ਸਭ ਤੋਂ ਸਹੀ ਉੱਤਰ ਕਿਹਦਾ ਹੋਏਗਾ? ਟਾਈਮ ਕਿੰਨਾ ਹੋਇਆ ਘੜੀ 'ਤੇ ਆਪਾਂ ਦੇਖਣਾ ਹੈ ਕਿ ਇਸ ਘੜੀ 'ਤੇ ਟਾਈਮ ਕਿੰਨਾ ਹੋਇਆ। ਸੋ 11:30 ਹੋਏ ਨੇ। ਇਹਦਾ ਮਤਲਬ ਸੁਨੀਲ ਜਿਹੜਾ ਹੈ ਉਹ ਬਿਲਕੁਲ ਆਪਣਾ ਸਹੀ ਉੱਤਰ ਦੇ ਰਿਹਾ ਹੈ ਅਧਿਆਪਕ ਨੂੰ। ਉੱਤਰ ਆਏਗਾ ਊੜਾ। ਨੈਕਸਟ ਪ੍ਰਸ਼ਨ ਨੰਬਰ 4, 2350 ਗ੍ਰਾਮ ਆਟਾ 2350 ਗ੍ਰਾਮ ਹੈ ਅਤੇ 1950 ਗ੍ਰਾਮ ਖੰਡ ਦਾ ਕੁੱਲ ਭਾਰ। ਪਹਿਲਾਂ ਕੁੱਲ ਭਾਰ ਕੱਢਾਂਗੇ, ਫਿਰ ਅੱਗੇ ਪ੍ਰਸ਼ਨ ਪੜਾਂਗੇ। ਇਸ ਨੂੰ ਆਪਾਂ ਜੋੜ ਕਰ ਦੇਵਾਂਗੇ ਆਟੇ ਅਤੇ ਖੰਡ ਦੇ ਭਾਰ ਨੂੰ, ਤਾਂ ਵੇਖਾਂਗੇ ਕੁੱਲ ਭਾਰ ਕਿੰਨਾ ਬਣਦਾ। 5 और 5 10 हासिल 9 3 12 और 1 13, फिर हासिल 2 और 3 1 4, 4300 ग्राम भार बन गया। हुण 4300 ग्राम भार जिहड़ा है 1 किलो में कितना होएगा? तुहानूं दस्सिया सी कि 1000 ਦੇ ਪਿੱਛੇ 1 किलोग्राम बन जाता है, मतलब कि 1 किलोग्राम ਦੇ ਵਿੱਚ 1000 ग्राम ਹੁੰਦੇ ਨੇ। सो 4000 ग्राम ਦਾ बन गए 4 किलो और 300 ग्राम अलग बन गया, 4 किलो 300 ग्राम बन गया। सो अगे प्रश्न है 5 किलो दाल नालों की होवेगा? हुण
ਵੱਧ ਹੋਏਗਾ, ਘੱਟ ਹੋਏਗਾ, ਬਰਾਬਰ ਹੋਏਗਾ ਕਿ ਇਹਨਾਂ 'ਚੋਂ ਕੋਈ ਨਹੀਂ। ਸੋ 5 ਕਿਲੋ ਤੋਂ ਕਿੰਨਾ ਹੈ, ਘੱਟ ਹੈ। ਇਸ ਕਰਕੇ ਸਾਡਾ ਜਿਹੜਾ ਉੱਤਰ ਆਏਗਾ ਉਹ ਆਏਗਾ ਐੜਾ, ਕਿਉਂਕਿ 5 ਕਿਲੋ ਦਾਲ ਨਾਲੋਂ ਇਹਨਾਂ ਦੋਵਾਂ ਦਾ ਭਾਰ, ਆਟੇ ਅਤੇ ਖੰਡ ਦਾ ਕੁੱਲ ਭਾਰ ਘੱਟ ਹੈ 5 ਕਿਲੋ ਦਾਲ ਨਾਲੋਂ। ਉੱਤਰ ਆਏਗਾ ਐੜਾ। ਪ੍ਰਸ਼ਨ ਨੰਬਰ 5, 1 ਲੀਟਰ ਦੁੱਧ ਮਾਪਣ ਲਈ 1000 ਮਿਲੀਲੀਟਰ ਮਾਪ ਦੇ ਬਰਾਬਰ ਬਰਤਨ 100 ਮਿਲੀਲੀਟਰ ਮਾਪ ਦੇ ਬਰਤਨ ਦੀ ਕਿੰਨੀ ਵਾਰ ਵਰਤੋਂ ਕੀਤੀ ਜਾਵੇਗੀ। ਮਤਲਬ ਇਹ ਕਿ 1 ਕਿਲੋ ਅਗਰ ਦੁੱਧ ਮਾਪਣਾ ਹੋਵੇ ਤੇ ਸਾਡੇ ਕੋਲ ਭਾਂਡਾ 100 ਮਿਲੀਲੀਟਰ ਵਾਲਾ ਹੀ ਹੈ। ਲਾਗੇ ਦਰਸਾ ਵੀ ਰਿਹਾ ਤੁਹਾਨੂੰ ਭਾਂਡਾ ਕਿ ਇਹ ਜਿਹੜਾ ਭਾਂਡਾ ਹੈ ਇਹ 100 ਮਿਲੀਲੀਟਰ ਵਾਲਾ ਹੈ, ਤਾਂ ਕਿੰਨੇ ਭਰ ਕੇ ਪਾਵਾਂਗੇ ਕਿਲੋ ਵਿੱਚ ਤੇ 1 ਕਿਲੋ ਦੁੱਧ ਪੂਰਾ ਹੋ ਜਾਏਗਾ। ਮਤਲਬ ਇੱਥੇ ਇਹ ਹੈ ਕਿ ਕਿੰਨੀ ਵਾਰ 100 ਮਿਲੀਲੀਟਰ ਪਾਵਾਂਗੇ, ਤਾਂ ਅਸੀਂ 10 ਵਾਰੀ 100 ਮਿਲੀਲੀਟਰ ਪਾਵਾਂਗੇ ਤਾਂ 1000 ਮਿਲੀਲੀਟਰ ਜਿਹੜਾ ਹੈ ਉਹ ਦੁੱਧ ਪੂਰਾ ਹੋ ਜਾਏਗਾ। ਸੋ ਸਾਡਾ ਜਿਹੜਾ ਉੱਤਰ ਹੈ ਉਹ ਆਏਗਾ ਈੜੀ। ਨੈਕਸਟ ਚੱਲਦੇ ਅੱਗੇ। ਵਾਤਾਵਰਣ ਸਿੱਖਿਆ। ਕਈ ਰਾਜਾਂ ਵਿੱਚ ਕਿਸਾਨਾਂ ਕੋਲ ਵਾਹੀਯੋਗ ਜ਼ਮੀਨ ਬਹੁਤ ਘੱਟ ਹੁੰਦੀ ਹੈ। ਖੇਤੀ ਲਈ ਆਧੁਨਿਕ ਸੰਦਾਂ ਦੀ ਵਰਤੋਂ ਉਹਨਾਂ ਦੀ ਖੇਤੀ ਉਪਜ ਲਾਗਤ ਖਰਚਿਆਂ ਨੂੰ ਵਧਾ ਦਿੰਦੀ ਹੈ। ਅਜਿਹੇ ਵਿੱਚ ਕਿਸਾਨਾਂ ਨੂੰ ਕਿਹੜੀ ਸੰਸਥਾ ਦਾ ਸਹਿਯੋਗ ਲੈਣਾ ਚਾਹੀਦਾ ਹੈ। ਤਾਂ ਇੱਕ ਸੰਸਥਾ ਹੁੰਦੀ ਹੈ ਬੇਟਾ ਪਿੰਡਾਂ ਦੇ ਵਿੱਚ, ਜਿਸ ਦਾ ਸਹਿਯੋਗ ਲੈ ਕੇ ਕਿਸਾਨ ਜਿਹੜੇ ਨੇ ਜਿੱਥੇ ਆਪਣਾ ਖਰਚ ਜਿਹੜਾ ਹੈ ਉਸ ਵਿੱਚ ਹੈਲਪ ਕਰ ਸਕਦੇ ਨੇ। ਆਪਣੀ ਖੇਤੀਬਾੜੀ ਦੇ ਸੰਦਾਂ ਤੋਂ ਲੈ ਕੇ ਬੀਜਾਂ ਤੋਂ ਲੈ ਕੇ ਹਰ ਚੀਜ਼ ਦੀ ਹੈਲਪ ਲੈ ਸਕਦੇ ਆ, ਉੱਥੇ ਆਪਣੇ ਖਰਚੇ ਜਿਹੜੇ ਆ ਕੰਟਰੋਲ ਕਰ ਸਕਦੇ ਆ। ਔਰ ਇਸ ਸੰਸਥਾ ਨੂੰ ਕਹਿੰਦੇ ਨੇ ਕੋਆਪਰੇਟਿਵ ਸੁਸਾਇਟੀਆਂ ਅਤੇ ਸਹਿਕਾਰੀ ਸਹਿਬਾਂ। ਆਪਾਂ ਪਿੱਛੇ ਵੀ ਕੁਐਸਚਨ ਇਹ ਪਿਛਲੀ ਲੜੀਆਂ 'ਚ ਪੜ੍ਹਿਆ ਸੀ। ਉੱਤਰ ਆਏਗਾ ਐੜਾ। ਪ੍ਰਸ਼ਨ ਨੰਬਰ 2, ਨਵਾਂ ਘਰ ਬਣਾਉਣ ਲਈ ਕਾਫੀ ਪੈਸਿਆਂ ਦੀ ਲੋੜ ਹੁੰਦੀ ਹੈ। ਇਹ ਪੈਸੇ ਹੌਲੀ ਹੌਲੀ ਇਕੱਠੇ ਕੀਤੇ ਜਾਂਦੇ ਹਨ। ਪੈਸੇ ਇਕੱਠੇ ਕਰਕੇ ਰੱਖਣ ਲਈ ਢੁਕਵੀਂ ਥਾਂ ਕਿਹੜੀ ਹੈ। ਸੋ ਪੈਸੇ ਕਿੱਥੇ ਇਕੱਠੇ ਕਰਕੇ ਰੱਖੀਦੇ ਬੇਟੇ, ਘਰਾਂ 'ਚ ਨਹੀਂ ਰੱਖੀਦੇ। ਇਹ ਆਪਾਂ ਸ਼ੁੱਕਰਵਾਰ ਡਿਸਕਸ ਜਿਹੜਾ ਸੀ ਉਹ ਕਰਨਾ ਸੀ। ਅੱਜ ਛੁੱਟੀ ਆ ਕਿਉਂਕਿ ਇਹ ਆਪਾਂ ਜਿਹੜੀ ਲੜੀ ਕੀਤੀ ਸੀ 8 ਨੰਬਰ ਲੜੀ, ਉਹਦੇ 'ਚ ਵੀ ਕੁਐਸਚਨ ਜਿਹੜਾ ਸੀ ਸੇਮ ਇਸ ਤਰ੍ਹਾਂ ਦਾ ਆਇਆ ਸੀ। ਸੋ ਆਪਾਂ ਪੈਸੇ ਇਕੱਠੇ ਕਰਨ ਲਈ, ਸੇਵ ਕਰਨ ਲਈ, ਸੁਰੱਖਿਅਤ ਕਰਨ ਲਈ, ਜਿੱਥੇ ਉਹ ਵਧਣ ਵੀ ਸੁਰੱਖਿਅਤ ਵੀ ਰਹਿਣ, ਉਹ ਬੈਂਕ ਹੈ। ਸੋ ਅਸੀਂ ਬੈਂਕ ਜਾਂ ਡਾਕਖਾਨੇ 'ਚ ਆਪਣਾ ਖਾਤਾ ਖੁਲਵਾ ਕੇ ਕਰ ਸਕਦੇ ਹਾਂ। ਆਪਸ਼ਨ ਨੰਬਰ 2 ਇਹਦਾ ਸਹੀ ਉੱਤਰ ਹੋਏਗਾ। ਬਾਕੀ ਜਿਹੜੀਆਂ ਆਪਸ਼ਨਾਂ ਨੇ ਘਰ ਵਿੱਚ ਰੱਖੋ, ਬੇਸ਼ੱਕ ਘਰ 'ਚ ਰੱਖ ਸਕਦੇ ਹੋ, ਪਰ ਚੋਰੀ ਹੋਣ ਦਾ ਖਦਸ਼ਾ, ਗਵਾਚਣ ਦਾ ਖਦਸ਼ਾ ਵੱਧ ਜਾਂਦਾ। ਅਗਰ ਤੁਸੀਂ ਕਿਸੇ ਦੋਸਤ ਦੇ ਘਰ 'ਚ ਰੱਖਦੇ ਹੋ ਤਾਂ ਤੁਸੀਂ ਜਾਣਦੇ ਹੀ ਹੋ ਕਿ ਉੱਥੇ ਵੀ ਪੈਸੇ ਤੁਹਾਡੇ ਸੁਰੱਖਿਅਤ ਰਹਿਣ ਦੀ ਕੋਈ ਗਾਰੰਟੀ ਨਹੀਂ ਹੁੰਦੀ। ਔਰ ਪੁਲਿਸ ਥਾਣੇ 'ਚ ਤਾਂ ਪੈਸਿਆਂ ਦਾ ਕੋਈ ਮਤਲਬ ਨਹੀਂ ਹੈ। ਪੁਲਿਸ ਸਾਡੀ ਸੁਰੱਖਿਆ ਵਾਸਤੇ ਹੁੰਦੀ ਹੈ, ਪੈਸਿਆਂ ਦੀ ਸੁਰੱਖਿਆ ਵਾਸਤੇ ਨਹੀਂ। ਤੁਸੀਂ ਆਪਣੇ ਪੈਸੇ ਖੁਦ ਸੁਰੱਖਿਅਤ ਕਰਨੇ ਹੋਣਗੇ। ਉੱਤਰ ਆਏਗਾ ਐੜਾ। ਪ੍ਰਸ਼ਨ ਨੰਬਰ 3, ਵੱਖ-ਵੱਖ ਵਸਤੂਆਂ ਗੁਣਾਂ ਜਾਂ ਲੱਛਣਾਂ ਦੇ ਆਧਾਰ 'ਤੇ ਸਮਾਨ ਹੁੰਦੀਆਂ ਹਨ, ਮਤਲਬ ਇੱਕੋ ਜਿਹੀਆਂ ਹੁੰਦੀਆਂ ਹਨ। ਕੁਝ ਗੁਣ ਲੱਛਣ ਵਸਤੂਆਂ ਦੇ ਇਹੋ ਜਿਹੇ ਹੁੰਦੇ ਨੇ ਜਿਹੜੀਆਂ ਇੱਕੋ ਜਿਹੀਆਂ ਹੁੰਦੀਆਂ। ਜਿਸ ਤਰ੍ਹਾਂ ਕੁਝ ਫੁੱਲਾਂ ਦੀ ਸ਼ੇਪ ਜਿਹੜੀ ਹੈ ਉਹ ਇੱਕੋ ਜਿਹੀ ਹੁੰਦੀ ਹੈ, ਕੁਝ ਫਲਾਂ ਦੀ ਸ਼ੇਪ ਇੱਕੋ ਜਿਹੀ ਹੁੰਦੀ ਹੈ, ਕੁਝ ਵਸਤੂਆਂ ਟੇਬਲ ਚੇਅਰ ਦੀ ਸ਼ੇਪ ਇੱਕੋ ਜਿਹੀ ਹੁੰਦੀ ਹੈ ਨਾ। ਸੋ ਕੁਝ ਜਾਨਵਰਾਂ ਦੇ ਚਿਹਰੇ ਜਿਹੜੇ ਨੇ ਉਹ ਸਮਾਨ ਹੁੰਦੇ ਨੇ, ਚੁੰਝਾਂ ਸਮਾਨ ਹੁੰਦੀਆਂ ਨੇ। ਇਸ ਤਰ੍ਹਾਂ ਹੀ ਕਿਸੇ ਵਸਤੂ ਦੀ ਗੱਲ ਕਰ ਰਹੇ ਆ। ਨਿਮਨ ਵਿੱਚੋਂ ਕਿਹੜੇ ਜੁੱਟ ਦੀਆਂ ਵਸਤੂਆਂ ਸਾਂਝਾ ਗੁਣ ਰੱਖਦੀਆਂ ਹਨ। ਪਹਿਲੀ ਹੈ ਅੰਬ, ਕੇਲਾ ਅਤੇ ਸੰਤਰਾ। ਦੂਸਰਾ ਹੈ ਅੰਬ, ਮੇਜ਼ ਅਤੇ ਬੈਂਗਣ। ਤੀਸਰਾ ਹੈ
ਅੰਬ ਕੇਲਾ ਟੈਲੀਵਿਜ਼ਨ, ਚੌਥਾ ਹੈ ਰੇਡੀਓ, ਰੁੱਖ ਤੇ ਕੁਰਸੀ। ਸੋ ਇਹ ਆਪਸ਼ਨ ਐੜਾ ਈੜੀ ਤੇ ਸੱਸਾ ਜਿਹੜਾ ਹੈ ਇਹਦੇ ਵਿੱਚ ਇੱਕ ਚੀਜ਼ ਕਾਮਨ ਹੈ, ਉਹ ਹੈ ਲੱਕੜੀ, ਤੇ ਬਾਕੀਆਂ 'ਚ ਫਲ ਅਤੇ ਸਬਜ਼ੀਆਂ ਨੇ। ਕੋਈ ਕਾਮਨ ਚੀਜ਼ ਨਹੀਂ ਬਣਦੀ, ਸਾਂਝਾ ਲੱਛਣ ਨਹੀਂ ਬਣਦਾ। ਸਿਰਫ ਪਹਿਲਾ ਹੈ ਜਿਹਦੇ ਵਿੱਚ ਕੋਈ ਸਾਂਝਾ ਲੱਛਣ ਬਣ ਰਿਹਾ ਹੈ, ਜਿਹੜਾ ਕਿ ਊੜਾ ਹੈ, ਅੰਬ ਕੇਲਾ ਅਤੇ ਸੰਤਰਾ। ਕਿਉਂਕਿ ਇੱਕ ਤਾਂ ਇਹ ਫਲ ਨੇ, ਇੱਕ ਗੁਣ ਹੈ ਇਹਨਾਂ 'ਚ, ਔਰ ਦੂਸਰਾ ਗੁਣ ਸਮਾਨਤਾ ਇਹ ਦਰਸਾਉਂਦਾ ਹੈ ਕਿ ਇਹਨਾਂ ਤਿੰਨਾਂ ਹੀ ਫਲਾਂ ਦਾ ਰੰਗ ਪੀਲਾ ਹੁੰਦਾ ਹੈ। ਸੋ ਉੱਤਰ ਆਏਗਾ ਊੜਾ। ਨੈਕਸਟ ਚੱਲਦੇ ਹਾਂ। ਬਾਗਾਂ ਦੀ ਘਟ ਰਹੀ ਗਿਣਤੀ ਨੂੰ ਰੋਕਣ ਲਈ ਤੁਸੀਂ ਕੀ ਸੁਝਾਅ ਦਿਓਗੇ? ਪਹਿਲਾ ਸੁਝਾਅ ਦਿਓਗੇ ਸਕੂਲ ਵਿੱਚ ਟਾਈਗਰ ਕਲੱਬ ਬਣਾਏ ਜਾ ਸਕਦੇ ਹਨ। ਠੀਕ ਹੈ, ਬਣਾਏ ਜਾ ਸਕਦੇ ਆ। ਸਹਾਇਤਾ ਫੰਡ ਇਕੱਠੇ ਕਰਕੇ ਟਾਈਗਰ ਪਰਿਯੋਜਨਾ ਨੂੰ ਵਿੱਚ ਜਿਹੜਾ ਹੈ ਯੋਗਦਾਨ ਪਾਇਆ ਜਾ ਸਕਦਾ ਹੈ। ਤੀਸਰਾ, ਪੱਤਰ ਅਭਿਆਨ ਰਾਹੀਂ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਜਾ ਸਕਦੀ ਹੈ। ਸੋ ਕਿਹੜੇ ਕੰਮ ਕੀਤੇ ਜਾ ਸਕਦੇ ਆ, ਇਹ ਆਪਾਂ ਇੱਕ ਸ਼ੀਟ 'ਚ ਕਰ ਚੁੱਕੇ ਹਾਂ। ਸਾਡੇ ਵਾਤਾਵਰਨ ਬੁੱਕ 'ਚ ਸੇਮ ਕੁਐਸਚਨ ਹੈ, ਉਹਦੇ ਆਧਾਰ 'ਤੇ ਅਸੀਂ ਉੱਤਰ ਦੇ ਸਕਦੇ ਹਾਂ ਕਿ ਤਿੰਨੇ ਹੀ ਕੰਮ ਅਸੀਂ ਕਰਾਂਗੇ ਉਪਰੋਕਤ ਸਾਰੇ। ਸੋ ਇਸ ਦਾ ਉੱਤਰ ਆਏਗਾ ਸੱਸਾ, ਪਹਿਲਾ, ਦੂਜਾ ਅਤੇ ਤੀਜਾ। ਮਤਲਬ ਇਹ ਕਿ ਤਿੰਨੇ ਹੀ ਕੰਮ ਸਾਨੂੰ ਜਿਹੜੇ ਆ ਕਰਨੇ ਪੈਣਗੇ। ਪ੍ਰਸ਼ਨ ਨੰਬਰ 5, ਜਦੋਂ ਬਾਜੀਗਰ ਮੇਲੇ ਵਿੱਚ ਆ ਕੇ ਆਪਣੇ ਕਰਤੱਵ ਦਿਖਾਉਂਦਾ ਹੈ ਤਾਂ ਸਾਡਾ ਕੀ ਹੁੰਦਾ ਹੈ? ਮਨੋਰੰਜਨ ਹੁੰਦਾ ਹੈ ਊੜਾ। ਐੜਾ ਸਮਾਂ ਖਰਾਬ ਹੁੰਦਾ ਹੈ। ਈੜੀ ਪੈਸਾ ਖਰਾਬ ਹੁੰਦਾ ਹੈ। ਸੱਸਾ ਮਨ ਦੁਖੀ ਹੁੰਦਾ ਹੈ। ਤਾਂ ਸਾਡਾ ਮਨ ਖੁਸ਼ ਹੁੰਦਾ ਹੈ, ਸਾਡਾ ਮਨੋਰੰਜਨ ਹੁੰਦਾ ਹੈ। ਇਸ ਕਰਕੇ ਉੱਤਰ ਆਏਗਾ ਊੜਾ। ਨੈਕਸਟ ਵਿਦਿਆਰਥੀ ਪ੍ਰਸ਼ਨਾਵਲੀ ਹੈ, ਪੀਪਲਸ ਕੁਐਸਚਨੇਅਰ। ਪਹਿਲਾ ਪ੍ਰਸ਼ਨ ਹੈ, ਇੱਕ ਮਹੀਨੇ ਵਿੱਚ ਤੁਸੀਂ ਕਿੰਨੇ ਦਿਨ ਸਕੂਲ ਤੋਂ ਗੈਰ ਹਾਜ਼ਰ ਰਹਿੰਦੇ ਹੋ? ਤਾਂ ਇਹਦਾ ਬੇਟਾ ਖੁਦ ਤੁਸੀਂ ਆਪਣੇ ਬਾਰੇ ਜਾਣਦੇ ਜੇ ਕਿ ਕਿਹੜਾ ਬੱਚਾ ਕਿੰਨੇ ਦਿਨ ਸਕੂਲ ਆਉਂਦਾ ਇੱਕ ਮਹੀਨੇ ਵਿੱਚ ਅਤੇ ਕਿੰਨੇ ਦਿਨ ਗੈਰ ਹਾਜ਼ਰ ਰਹਿੰਦਾ। ਤੁਸੀਂ ਆਪਣੀ ਰਿਪੋਰਟ ਗ੍ਰਾਫ ਤਿਆਰ ਕਰ ਸਕਦੇ ਜੇ। ਤੁਸੀਂ ਇਸ ਮਹੀਨੇ ਦਾ ਰਿਪੋਰਟ ਕਾਰਡ ਤਿਆਰ ਕਰ ਲਓ ਜਾਂ ਪਿਛਲੇ ਸਤੰਬਰ ਮਹੀਨੇ ਦਾ ਕਰ ਲਓ, ਤਾਂ ਉਸ ਦੇ ਆਧਾਰ 'ਤੇ ਤੁਸੀਂ ਉੱਤਰ ਦੇ ਸਕਦੇ ਜੇ ਕਿ ਮੈਂ 1-2 ਦਿਨ ਗੈਰ ਹਾਜ਼ਰ ਰਹਿੰਦਾ ਪੂਰੇ ਮਹੀਨੇ ਵਿੱਚ, 3-4 ਦਿਨ ਰਹਿੰਦਾ, 5-7 ਦਿਨ ਰਹਿੰਦਾ, 10 ਤੋਂ ਵੱਧ ਦਿਨ ਰਹਿਣਾ ਜਾਂ ਕਦੇ ਨਹੀਂ। ਤਾਂ ਇਸ ਦੇ ਆਧਾਰ 'ਤੇ ਤੁਸੀਂ ਉੱਤਰ ਆਪਣਾ ਦੇਣਾ ਹੈ। ਪ੍ਰਸ਼ਨ ਨੰਬਰ 2, ਸਕੂਲ ਵਿੱਚ ਵਿੱਦਿਅਕ ਮੁਕਾਬਲੇ ਕਰਵਾਏ ਜਾਂਦੇ ਹਨ। ਕਿੱਥੇ? ਬਾਲ ਸਭਾ ਵਿੱਚ, ਖਾਸ ਦਿਨਾਂ 'ਤੇ, ਪਤਾ ਨਹੀਂ ਜਾਂ ਕਦੇ ਨਹੀਂ। ਤਾਂ ਬੇਟਾ ਇਹਦੇ ਵਾਸਤੇ ਵਿੱਦਿਅਕ ਮੁਕਾਬਲਿਆਂ ਵਾਸਤੇ ਜਿਹੜਾ ਹੈ ਖਾਸ ਦਿਨ ਹੁੰਦੇ ਨੇ, ਸਾਨੂੰ ਸ਼ਡਿਊਲ ਮਿਲਦਾ, ਸੂਚੀ ਮਿਲਦੀ ਹੈ, ਉਸ ਦਿਨ ਅਸੀਂ ਇਹ ਵਿੱਦਿਅਕ ਮੁਕਾਬਲੇ ਜਿਹੜੇ ਨੇ ਉਹ ਕਰਵਾਉਂਦੇ ਹਾਂ। ਜਿਸ ਤਰ੍ਹਾਂ ਹੁਣ ਪਿੱਛੇ 1-2 ਦਿਨਾਂ 'ਚ ਭਾਸ਼ਣ ਮੁਕਾਬਲੇ ਅਤੇ ਕਵਿਤਾ ਗਾਇਨ ਮੁਕਾਬਲੇ ਰੰਗ ਕੇ ਗਏ ਨੇ, ਸਾਰਿਆਂ ਨੇ ਕੀਤੇ ਨੇ। ਸੋ ਆਪਾਂ ਇਹ ਸੂਚੀ ਮੁਤਾਬਕ, ਸ਼ਡਿਊਲ ਮੁਤਾਬਕ ਸਮੇਂ 'ਤੇ ਮਤਲਬ ਖਾਸ ਦਿਨਾਂ 'ਤੇ ਜਿਹੜਾ ਹੈ ਉਹ ਵਿੱਦਿਅਕ ਮੁਕਾਬਲੇ ਜਿਹੜੇ ਆ ਉਹ ਕਰਵਾਉਂਦੇ। ਉੱਤਰ ਆਏਗਾ 2 ਨੰਬਰ, ਖਾਸ ਦਿਨਾਂ 'ਤੇ। ਪ੍ਰਸ਼ਨ ਨੰਬਰ 3, ਹੇਠ ਲਿਖਿਆਂ ਵਿੱਚੋਂ ਕੋਵਿਡ ਦੌਰਾਨ ਘਰ ਵਿੱਚ ਤੁਸੀਂ ਕਿਹੜੀ ਐਕਟੀਵਿਟੀ ਸਭ ਤੋਂ ਜ਼ਿਆਦਾ ਕੀਤੀ? ਜਿਹੜੀ ਵੀ ਐਕਟੀਵਿਟੀ ਸਕੂਲ ਤੁਸੀਂ ਘਰ ਦੇ ਵਿੱਚ ਜਦੋਂ ਕੋਵਿਡ ਸੀ ਜ਼ਿਆਦਾ, ਕਿਉਂਕਿ ਘੱਟ ਤਾਂ ਹੁਣ ਵੀ ਨਹੀਂ, ਪਰ ਫਿਰ ਵੀ ਜਦੋਂ ਤੁਸੀਂ ਘਰਾਂ ਦੇ ਵਿੱਚ ਸੀ ਤਾਂ ਐਕਟੀਵਿਟੀਆਂ ਕਰਦੇ ਰਹੇ ਹੋ, ਕੰਮ ਕਰਦੇ ਰਹੇ ਹੋ, ਸਕੂਲ ਦਾ ਕੰਮ ਕਰਦੇ ਰਹੇ ਹੋ। ਤਾਂ ਇਹਨਾਂ ਵਿੱਚੋਂ ਕਿਹੜਾ ਕੰਮ ਜ਼ਿਆਦਾ ਕੀਤਾ ਉਹ ਤੁਸੀਂ ਟਿਕ ਲਗਾਉਣੀ ਹੈ। ਕੰਮ ਨੇ ਡਰਾਇੰਗ, ਪੇਂਟਿੰਗ ਜਾਂ ਸਕੈਚਿੰਗ। 2 ਨੰਬਰ ਹੈ ਨੱਚਣਾ ਗਾਉਣਾ, ਸੰਗੀਤ ਸੁਣਨਾ ਜਾਂ ਸੰਗੀਤ। ਨੰਬਰ 3 ਖੇਡਣਾ। 4 ਨੰਬਰ ਟੈਲੀਵਿਜ਼ਨ 'ਤੇ ਵੀਡੀਓ ਦੇਖਣਾ।
ਪਾਠ ਪੁਸਤਕ ਪੜ੍ਹਨਾ, ਕਾਮਿਕਸ ਮੈਗਜ਼ੀਨ ਕਿਤਾਬਾਂ ਕਹਾਣੀਆਂ ਦੀਆਂ ਜਿਹੜੀਆਂ ਨੇ ਉਹ ਪੜ੍ਹਨੀਆਂ, ਕੰਪਿਊਟਰ 'ਤੇ ਖੇਡਣਾ, ਅਤੇ 8ਵਾਂ ਕੋਈ ਨਹੀਂ ਜਾਂ ਕੁਝ ਕਹਿ ਨਹੀਂ ਸਕਦੇ। ਇਹਨਾਂ ਵਿੱਚੋਂ ਤੁਸੀਂ ਆਪਸ਼ਨ ਚੁਣਨੀ ਹੈ ਜਿਹੜਾ ਕੰਮ ਤੁਸੀਂ ਕੋਵਿਡ-19 ਦੇ ਦੌਰਾਨ ਕਰਦੇ ਰਹੇ ਹੋ। ਨੈਕਸਟ, ਕੀ ਤੁਹਾਨੂੰ ਅਧਿਆਪਕ ਦੀ ਕਹੀ ਹਰ ਗੱਲ ਨੂੰ ਤੁਸੀਂ ਜਿਹੜਾ ਹੈ ਸਮਝ ਲੈਂਦੇ ਹੋ? ਤਾਂ ਇਸ ਦਾ ਉੱਤਰ ਹਾਂ ਵਿੱਚ ਆਉਣਾ ਹੈ, ਕਿਉਂਕਿ ਅਗਰ ਤੁਸੀਂ ਗੱਲ ਸਮਝਦੇ ਹੋ ਤਾਂ ਹੀ ਅੱਗੇ ਰਿਸਪੌਂਸ ਦਿੰਦੇ ਹੋ, ਅਗਰ ਗੱਲ ਨਹੀਂ ਸਮਝਦੇ ਤੁਸੀਂ ਪੁੱਛ ਲੈਂਦੇ ਹੋ, ਹੈ ਨਾ। ਪ੍ਰਸ਼ਨ ਨੰਬਰ 5, ਕੋਵਿਡ ਦੌਰਾਨ ਕੀ ਤੁਹਾਨੂੰ ਅਧਿਆਪਕਾਂ ਵੱਲੋਂ ਪੜ੍ਹਨ ਲਈ ਸਹਾਇਕ ਸਮੱਗਰੀ ਜਿਵੇਂ ਕਿ ਵਰਕਬੁੱਕ, ਕਿਤਾਬਾਂ ਆਦਿ ਭੇਜੀਆਂ ਗਈਆਂ? ਤਾਂ ਤੁਸੀਂ ਯਾਦ ਕਰੋ ਬੱਚਿਓ, ਕੋਵਿਡ ਦੇ ਦੌਰਾਨ ਹੀ ਜਦੋਂ ਕਿਤਾਬਾਂ ਆਈਆਂ ਸੀ ਤਾਂ ਕੋਵਿਡ ਦੇ ਦੌਰਾਨ ਹੀ ਘਰਾਂ ਵਿੱਚ ਕਿਤਾਬਾਂ ਅਤੇ ਸਮੱਗਰੀ ਪਹੁੰਚਾਈ ਗਈ ਸੀ। ਬੱਚਿਆਂ ਦੇ ਕਲੱਬ ਬਣਾਏ ਗਏ ਸੀ ਫੋਨ ਦੇ ਉੱਤੇ, ਜਦੋਂ ਅਸੀਂ ਵੀਡੀਓ ਸੈਂਡ ਕਰਦੇ ਸੀ ਸਾਰੇ ਬੱਚੇ ਮਿਲ ਕੇ ਦੇਖਦੇ ਸੀ। ਤਾਂ ਗੱਲ ਇੱਥੇ ਕਿਤਾਬਾਂ ਦੀ ਹੈ, ਸਿਲੇਬਸ ਦੀ ਹੈ, ਸਹਾਇਕ ਸਮੱਗਰੀ ਦੀ ਹੈ। ਤਾਂ ਇਹ ਸਾਰਾ ਕੁਛ ਜਿਹੜਾ ਹੈ ਤੁਹਾਨੂੰ ਘਰਾਂ ਦੇ ਵਿੱਚ ਪਹੁੰਚਿਆ ਸੀ। ਸੋ ਇਹ ਸੀ ਅੱਜ ਦੀ ਪ੍ਰਸ਼ਨਾਵਲੀ। ਅਗਲੀ ਪ੍ਰਸ਼ਨਾਵਲੀ ਦੇ ਵਿੱਚ ਫਿਰ ਮਿਲਾਂਗੇ। ਸਾਰਿਆਂ ਦਾ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।